ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਿਟ ਲਈ ਪਰੇਸ਼ਾਨ, ਹੁਣ ਇਸ ਵਿੱਚ ਹੋ ਰਹੀ ਪਰੇਸ਼ਾਨੀ ਦਾ ਨਿਕਲਿਆ ਹੱਲ। ਵਿਸ਼ਵ ਵਿੱਚ ਫਿਰ ਕੋਰੋਨਾ ਨੇ ਕੀਤਾ ਪਰੇਸ਼ਾਨ, ਵੱਧ ਹੋ ਰਹੇ ਰੋਜ਼ਾਨਾ ਮਾਮਲੇ। ਬੇਰੁਜ਼ਗਾਰੀ ਦਰ ਵਿੱਚ ਵੱਡੀ ਗਿਰਾਵਟ, ਆਰਥਿਕਤਾ ਦੇ ਬਾਰੇ ਆਈ ਤਾਜ਼ਾ ਜਾਣਕਾਰੀ। ਨਰਸਾਂ ਦੀ ਆਈ ਭਾਰੀ ਕਮੀ, ਨਰਸਾਂ ਦੀਆਂ ਸੀਟਾਂ ਦੇ ਵਿੱਚ ਹੋਇਆ ਪਹਿਲਾਂ ਦੇ ਮੁਕਾਬਲੇ ਵਾਧਾ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਪਰੇਸ਼ਾਨੀ ਹੋ ਰਹੀ ਹੈ, ਜਿਸ ਦਾ ਹੱਲ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ। ਦਰਅਸਲ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮੇਂ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਨੇ, ਉਹਨਾਂ ਨੂੰ ਸਟੱਡੀ ਪਰਮਿਟ ਵਿੱਚ ਵਾਧੇ ਸੰਬੰਧੀ ਬਾਰਡਰ ਦੇ ਉੱਪਰ ਜਾਣ ਤੋਂ ਰੋਕਿਆ ਗਿਆ ਹੈ, ਕਿਉਂਕਿ ਇੱਥੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਉਹ ਬਾਰਡਰ ਦੀ ਬਜਾਏ ਆਪਣੀ ਸਟੱਡੀ ਪਰਮਿਟ ਵਾਸਤੇ ਆਨਲਾਈਨ ਅਪਲਾਈ ਕਰ ਸਕਦੇ ਨੇ। ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਿਟ ਵਿੱਚ ਵਾਧੇ ਕਾਰਨ ਪਰੇਸ਼ਾਨ ਹੋ ਰਹੇ ਹਨ। ਹੁਣ ਸਟੱਡੀ ਪਰਮਿਟ ਵਿੱਚ ਜੋ ਵਾਧਾ ਨਹੀਂ ਹੋ ਰਿਹਾ, ਇਸ ਬਾਰੇ ਹੱਲ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਂਝਾ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਵਿੱਚ ਵਾਧੇ ਵਾਸਤੇ ਬਾਰਡਰ ਤੇ ਨਹੀਂ ਜਾਣਾ ਚਾਹੀਦਾ। ਜੀ ਹਾਂ, ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੈਨੇਡਾ ਵਿੱਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਵਿੱਚ ਵਾਧੇ ਲਈ ਬਾਰਡਰ ਤੇ ਆ ਕੇ ਅਪਲਾਈ ਕਰਨ ਦੀ ਬਜਾਏ ਆਨਲਾਈਨ ਅਪਲਾਈ ਕਰਨ ਦੀ ਅਪੀਲ ਕੀਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਗਰਮੀਆਂ ਅਤੇ ਛੁੱਟੀਆਂ ਦੌਰਾਨ ਬਹੁਤ ਸਾਰੇ ਲੋਕ ਕੈਨੇਡਾ ਤੋਂ ਯੂਐਸ ਘੁੰਮਣ ਜਾਂਦੇ ਨੇ, ਜਿਸ ਕਾਰਨ ਬਾਰਡਰ ਤੇ ਕਾਫੀ ਜ਼ਿਆਦਾ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਕਦਮ ਨੂੰ ਬਾਰਡਰ ਤੇ ਅਧਿਕਾਰੀਆਂ ਉੱਪਰ ਪੈਂਦੇ ਬੋਝ ਨੂੰ ਘਟਾਉਣ ਦੇ ਇਰਾਦੇ ਨਾਲ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਵਿਜ਼ਿਟਰ ਕੈਨੇਡਾ ਵਿੱਚ ਆ ਕੇ ਵਰਕ ਪਰਮਿਟ ਜਾਂ ਫਿਰ ਪੜ੍ਹਾਈ ਸ਼ੁਰੂ ਕਰਕੇ ਆਪਣਾ ਸਟੇਟਸ ਵਿਜ਼ਿਟਰ ਤੋਂ ਵਰਕ ਪਰਮਿਟ ਜਾਂ ਫਿਰ ਸਟੂਡੈਂਟ ਵਿੱਚ ਬਦਲਦੇ ਨੇ ਤੇ ਕੈਨੇਡਾ ਰਹਿਣ ਦਾ ਆਪਣਾ ਸੁਪਨਾ ਉਹਨਾਂ ਵੱਲੋਂ ਪੂਰਾ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੂੰ ਇਹ ਡਰ ਹੁੰਦਾ ਹੈ ਕਿ ਉਹਨਾਂ ਦੇ ਪਰਮਿਟ ਦੀ ਮਿਆਦ ਖਤਮ ਨਾ ਹੋ ਜਾਵੇ, ਕਿਤੇ ਇਹ ਮਿਆਦ ਕੋਰਸ ਤੋਂ ਪਹਿਲਾਂ ਹੀ ਨਾ ਮੁੱਕ ਜਾਵੇ, ਤਾਂ ਉਹ ਬਾਰਡਰ ਤੇ ਆ ਕੇ ਵਾਧੇ ਵਾਸਤੇ ਅਪਲਾਈ ਕਰਦੇ ਨੇ। ਹੁਣ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜੋ ਪਰੇਸ਼ਾਨੀ ਹੋ ਰਹੀ ਹੈ, ਇਸ ਦਾ ਹੱਲ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸ ਦਿੱਤਾ ਗਿਆ ਹੈ। ਉਹਨਾਂ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਸਟੱਡੀ ਪਰਮਿਟ ਵਿੱਚ ਵਾਧਾ ਕਿੱਥੇ ਕਰਨ। ਵਿਸ਼ਵ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਵਿਸ਼ਵ ਵਿੱਚ ਇਸ ਸਮੇਂ ਜੋ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਇਸ ਬਾਰੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਓਮਿਕਰੌਨ ਦਾ ਜਿਹੜਾ ਨਵਾਂ ਸਬ ਵੇਰੀਐਂਟ ਸਾਹਮਣੇ ਆਇਆ, ਉਸ ਕਾਰਨ ਹੀ ਕੇਸਿਸ ਦੇ ਵਿੱਚ ਵਾਧਾ ਹੋ ਰਿਹਾ ਤੇ ਹਸਪਤਾਲਾਂ ਉੱਪਰ ਵੀ ਬੋਝ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਇਸ ਸਮੇਂ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਫੈਲਾਅ ਨਜ਼ਰ ਆ ਰਿਹਾ ਹੈ। ਇਸ ਬਾਰੇ ਵਿਸ਼ਵ ਸਿਹਤ ਸੰਗਠਨ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। WHO ਦਾ ਕਹਿਣਾ ਹੈ ਕਿ ਜੋ ਓਮਿਕਰੌਨ ਦਾ ਇੱਕ ਨਵਾਂ ਸਬ ਵੇਰੀਐਂਟ ਹੈ, ਉਸ ਕਾਰਨ ਤਕਰੀਬਨ ਸਾਰੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ ਰਫ਼ਤਾਰ ਨਾਲ ਵੱਧ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਕਾਫੀ ਤੇਜ਼ੀ ਨਾਲ ਫੈਲਣ ਵਾਲਾ ਸਬ ਵੇਰੀਐਂਟ ਦੱਸਿਆ ਗਿਆ। ਇਸ ਬਾਰੇ WHO ਦੇ ਚੀਫ ਵੱਲੋਂ ਨਿਊਜ਼ ਕਾਨਫਰੰਸ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਵਿਸ਼ਵ ਵਿੱਚ ਇਸ ਸਮੇਂ ਕੋਰੋਨਾ ਦੇ ਮਾਮਲੇ ਕਿਉਂ ਵੱਧ ਹੋਣ ਲੱਗੇ ਨੇ ਤੇ ਹਸਪਤਾਲ ਵਿੱਚ ਵੀ ਇੱਕ ਵਾਰ ਫਿਰ ਤੋਂ ਮਰੀਜ਼ਾਂ ਦੀ ਗਿਣਤੀ ਵੱਧ ਹੋ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਇਸ ਸਮੇਂ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਵਾਇਰਸ ਦਾ ਇੱਕ ਵਾਰ ਫਿਰ ਤੋਂ ਫੈਲਾਅ ਹੋ ਰਿਹਾ ਹੈ ਤੇ ਇਸ ਨੂੰ ਕਾਬੂ ਕਰਨਾ ਥੋੜਾ ਔਖਾ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ। ਇਸ ਨੂੰ ਕਾਫੀ ਡੋਮੀਨੈਂਟ ਵੇਰੀਐਂਟ ਦੱਸਿਆ ਜਾ ਰਿਹਾ ਹੈ, ਜਿਸ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਮੱਧ ਅਪ੍ਰੈਲ ਤੋਂ ਹੀ ਇਸ ਵੇਰੀਐਂਟ ਦੀ ਟਰੈਕਿੰਗ ਸ਼ੁਰੂ ਕਰ ਦਿੱਤੀ ਗਈ। ਸਭ ਤੋਂ ਪਹਿਲਾਂ ਇਸ ਨਾਲ ਜੁੜੇ ਹੋਏ ਮਾਮਲਿਆਂ ਦੀ ਪੁਸ਼ਟੀ ਜਨਵਰੀ 2022 ਦੌਰਾਨ ਕੀਤੀ ਗਈ ਸੀ। ਇਸ ਤੋਂ ਪਹਿਲਾਂ ਓਮਿਕਰੌਨ ਦੇ 2 ਸਬ ਵੇਰੀਐਂਟ ਸਾਹਮਣੇ ਆਏ ਸਨ ਤੇ ਹੁਣ ਇਹ ਜਿਹੜਾ ਤਾਜ਼ਾ ਵੇਰੀਐਂਟ ਸਾਹਮਣੇ ਆਇਆ, ਇਸ ਕਾਰਨ ਕਾਫੀ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਹੋ ਰਹੇ ਦਿਖਾਈ ਦੇ ਰਹੇ ਨੇ। ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇੰਟਰਨੈਸ਼ਨਲ ਐਮਰਜੈਂਸੀ ਕਮੇਟੀ ਔਨ ਕੋਵਿਡ-19 ਵੱਲੋਂ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ। ਕੈਨੇਡਾ ਅਤੇ ਅਮਰੀਕਾ ਦੋਹਾਂ ਦੇਸ਼ਾਂ ਵਿੱਚ ਹੀ ਇਸ ਵੇਰੀਐਂਟ ਦੇ ਕਾਰਨ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸੂਬਿਆਂ ਵਿੱਚ ਜੋ ਨਵੀਂ ਕੋਰੋਨਾ ਦੀ ਲਹਿਰ ਸ਼ੁਰੂ ਹੋ ਰਹੀ ਹੈ, ਉਸ ਪਿੱਛੇ ਸਬ ਵੇਰੀਐਂਟ ਹੀ ਕਾਰਨ ਹੈ। ਇਸ ਬਾਰੇ ਉਹਨਾਂ ਨੇ 30 ਜੂਨ ਨੂੰ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ। ਇੱਕ ਆંકੜਾ ਵੀ ਸਾਹਮਣੇ ਆਇਆ, ਜਿਸ ਵਿੱਚ ਦੱਸਿਆ ਗਿਆ ਕਿ 5 ਮਹੀਨਿਆਂ ਦੌਰਾਨ 70 ਮਿਲੀਅਨ ਕੈਨੇਡੀਅਨਸ ਇਸ ਵਾਇਰਸ ਦੇ ਨਾਲ ਗ੍ਰਸਤ ਹੋ ਚੁੱਕੇ ਨੇ। ਉਹਨਾਂ ਵੱਲੋਂ ਦਸੰਬਰ 2021 ਤੋਂ ਲੈ ਕੇ ਮਈ 2022 ਬਾਰੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਨਰਸਾਂ ਦੀ ਭਾਰੀ ਕਮੀ ਆਈ ਹੈ। ਇਸ ਭਾਰੀ ਕਮੀ ਨੂੰ ਦੇਖਦਿਆਂ ਨਰਸਾਂ ਦੀਆਂ ਸੀਟਾਂ ਵਿੱਚ ਵਾਧਾ ਕੀਤਾ ਗਿਆ। ਦਰਅਸਲ ਨੋਵਾ ਸਕੋਸ਼ੀਆ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵੱਲੋਂ ਇਹ ਫੈਸਲਾ ਲਿਆ ਗਿਆ, ਜਿੱਥੇ ਉਹਨਾਂ ਵੱਲੋਂ ਨਰਸਾਂ ਦੀ ਜਿਹੜੀਆਂ ਸੀਟਾਂ ਨੇ ਉਸ ਵਿੱਚ ਵਾਧਾ ਕੀਤਾ ਗਿਆ। ਸੂਬੇ ਵੱਲੋਂ ਇਸ ਸੰਬੰਧੀ ਫੰਡਿੰਗ ਦਿੱਤੀ ਜਾਏਗੀ, ਜਿਸ ਬਾਰੇ ਉਹਨਾਂ ਨੇ ਦੱਸਿਆ ਕਿ ਸਭ ਦੇ ਉੱਪਰ ਪਹਿਲੇ ਸਾਲ ਕਿੰਨਾ ਖਰਚਾ ਆਉਣ ਵਾਲਾ ਹੈ। ਨਰਸਾਂ ਦੀ ਘਾਟ ਨੂੰ ਦੇਖਦਿਆਂ ਨਰਸਿੰਗ ਸੀਟਸ ਖੋਲੀਆਂ ਗਈਆਂ ਨੇ। ਕੈਨੇਡਾ ਦੇ ਇੱਕ ਸੂਬੇ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਨਰਸਾਂ ਦੀ ਘਾਟ ਨਜ਼ਰ ਆ ਰਹੀ ਹੈ। ਦਰਅਸਲ ਇਹ ਕਦਮ ਨੋਵਾ ਸਕੋਸ਼ੀਆ ਯੂਨੀਵਰਸਿਟੀਜ਼ ਵੱਲੋਂ ਚੁੱਕਿਆ ਗਿਆ, ਜਿੱਥੇ ਉਹਨਾਂ ਵੱਲੋਂ ਨਰਸਾਂ ਦੀ ਹੋ ਰਹੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ 200 ਹੋਰ ਨਰਸਿੰਗ ਸੀਟਸ ਖੋਲ੍ਹ ਦਿੱਤੀਆਂ ਗਈਆਂ ਨੇ। ਇਸ ਸੰਬੰਧੀ ਸੂਬਾ ਸਰਕਾਰ ਵੱਲੋਂ ਫੰਡਿੰਗ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਜਿਹੜੀਆਂ ਨਵੀਆਂ 200 ਸੀਟਾਂ ਦੀ ਗੱਲ ਕੀਤੀ ਗਈ ਹੈ, ਇਸ ਉੱਪਰ $3.2 ਮਿਲੀਅਨ ਦਾ ਸ਼ੁਰੂਆਤ ਵਿੱਚ ਖਰਚਾ ਆਵੇਗਾ ਤੇ ਬਾਅਦ ਵਿੱਚ ਇਹ ਰਕਮ ਦੁੱਗਣੀ ਹੋ ਜਾਵੇਗੀ। ਇਸ ਸਭ ਬਾਰੇ ਹੈਲਥ ਅਤੇ ਵੈਲਨੈਸ ਮਿਨਿਸਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਨਰਸਿੰਗ ਪ੍ਰੋਫੈਸ਼ਨ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਕਾਫੀ ਲੋਕਾਂ ਦੀ ਰੁਚੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਇਹ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਵੱਖ-ਵੱਖ ਥਾਵਾਂ ਦੇ ਉੱਪਰ ਇਸ ਸਮੇਂ ਹੈਲਥ ਕੇਅਰ ਸਿਸਟਮ ਵਿੱਚ ਕਾਮਿਆਂ ਦੀ ਘਾਟ ਨਜ਼ਰ ਆ ਰਹੀ ਹੈ। ਖਾਸ ਤੌਰ ਤੇ ਉੱਪਰ ਨਰਸਾਂ ਦੀ ਕਮੀ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪਿਛਲੇ ਮਹੀਨੇ ਇੱਕ ਯੂਨੀਅਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਇਸ ਸਮੇਂ ਹੈਲਥ ਕੇਅਰ ਸੈਕਟਰ ਵਿੱਚ ਕਾਫੀ ਨੌਕਰੀਆਂ ਖਾਲੀ ਪਈਆਂ ਹਨ। ਇਨ੍ਹਾਂ ਖਾਲੀ ਪਈਆਂ ਨੌਕਰੀਆਂ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਨੋਵਾ ਸਕੋਸ਼ੀਆ ਹੈਲਥ ਵਿੱਚ ਵੀ ਇਸ ਸਮੇਂ ਕਾਫੀ ਨਰਸਿਸ ਘੱਟ ਨੇ। ਇਸ ਬਾਰੇ 2000 ਦਾ ਅੰਕੜਾ ਸਾਂਝਾ ਕੀਤਾ ਗਿਆ, ਭਾਵ ਕਿ ਇਸ ਸਮੇਂ 2000 ਦੇ ਕਰੀਬ ਨਰਸਾਂ ਦੀ ਸੂਬੇ ਵਿੱਚ ਕਮੀ ਦਿਖਾਈ ਦੇ ਰਹੀ ਹੈ। ਪ੍ਰੀਮੀਅਰ ਵੱਲੋਂ ਵੀ ਇੱਕ ਖਾਸ ਐਲਾਨ ਕੀਤਾ ਗਿਆ ਸੀ, ਜਿੱਥੇ ਉਹਨਾਂ ਵੱਲੋਂ ਨਰਸਿੰਗ ਦੇ ਸੰਬੰਧੀ ਨੌਕਰੀਆਂ ਦੇ ਬਾਰੇ ਦੱਸਿਆ ਗਿਆ। ਹੁਣ ਸੂਬੇ ਤੋਂ 200 ਨਰਸਿੰਗ ਸੀਟਸ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਵਿੱਚ 80 ਸੀਟਾਂ ਬੈਚਲਰ ਆਫ ਸਾਇੰਸ ਫਾਰ ਨਰਸਿੰਗ ਵਾਸਤੇ, ਡਲਹੌਜੀ ਯੂਨੀਵਰਸਿਟੀ ਵਿੱਚ 26, ਕੇਪ ਬ੍ਰਿਟਨ ਯੂਨੀਵਰਸਿਟੀ ਵਿੱਚ 28 ਸੀਟਾਂ ਰੱਖੀਆਂ ਗਈਆਂ ਹਨ। ਇੱਕ ਨਿਊਜ਼ ਰਿਲੀਜ਼ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਨੋਵਾ ਸਕੋਸ਼ੀਆ ਕਮਿਊਨਿਟੀ ਕਾਲਜ ਵੱਲੋਂ ਵੀ 120 ਪ੍ਰੈਕਟੀਕਲ ਨਰਸਿੰਗ ਸਪੇਸਿਸ ਰੱਖੀਆਂ ਜਾਣਗੀਆਂ। ਕੈਨੇਡਾ ਵਿੱਚ ਕੌਣ ਜਾ ਸਕਦੇ ਨੇ, ਕਿਸ ਤਰ੍ਹਾਂ ਦੇ ਵਰਕਰਸ ਨੂੰ ਕੈਨੇਡਾ ਵਿੱਚ ਇਸ ਸਮੇਂ ਤਵੱਜੋ ਦਿੱਤੀ ਜਾ ਰਹੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਵੱਖ-ਵੱਖ ਸੈਕਟਰਸ ਵਿੱਚ ਇਸ ਸਮੇਂ ਕਾਮਿਆਂ ਦੀ ਘਾਟ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਕੈਨੇਡਾ ਵਿੱਚ ਕਿਹੜਾ ਆਕਿਊਪੇਸ਼ਨ ਇਨ ਡਿਮਾਂਡ ਹੈ। ਇਮੀਗ੍ਰੇਸ਼ਨ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਕੌਣ ਕੈਨੇਡਾ ਵਿੱਚ ਹਾਇਰ ਕੀਤੇ ਜਾਣਗੇ। ਬਿਜ਼ਨਸ ਕਾਉਂਸਲ ਆਫ ਕੈਨੇਡਾ ਵੱਲੋਂ ਇੱਕ ਤਾਜ਼ਾ ਰਿਸਰਚ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਮੀਗ੍ਰੇਸ਼ਨ ਰਾਹੀਂ ਕਿਹਨਾਂ ਨੂੰ ਮੌਕਾ ਦਿੱਤਾ ਜਾਵੇਗਾ। ਇਸ ਰਿਪੋਰਟ ਮੁਤਾਬਕ 80 ਕੈਨੇਡਾ ਦੇ ਕਾਰੋਬਾਰਾਂ ਵੱਲੋਂ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਰਾਹੀਂ ਟੈਲੈਂਟਡ ਵਿਅਕਤੀਆਂ ਨੂੰ ਹਾਇਰ ਕੀਤਾ ਜਾਵੇਗਾ। ਇਸ ਸਰਵੇ ਵਿੱਚ ਪਤਾ ਚੱਲਿਆ ਹੈ ਕਿ 2/3 ਅਦਾਰੇ ਅਜਿਹੇ ਨੇ ਜਿਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਟੈਲੈਂਟ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਰਾਹੀਂ ਲਿਆਂਦਾ ਜਾਵੇਗਾ। ਜ਼ਿਆਦਾਤਰ ਇੰਪਲਾਇਰਸ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਨੂੰ ਪੀਆਰ ਸੰਬੰਧੀ ਨੰਬਰਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ, ਭਾਵ ਕਿ ਹਰ ਸਾਲ ਜ਼ਿਆਦਾ ਲੋਕਾਂ ਨੂੰ ਪੀਆਰ ਦੇਣੀ ਚਾਹੀਦੀ ਹੈ। ਦੱਸ ਦਈਏ ਕਿ ਸਾਲ 2022 ਦੌਰਾਨ 4,31,645 ਇਹਨਾਂ ਨੂੰ ਪੀਆਰ ਕਰਨ ਦਾ ਟਾਰਗੇਟ ਰੱਖਿਆ ਗਿਆ। 2022 ਵਾਸਤੇ ਇਹ ਅੰਕੜਾ 4,47,055 ਤੇ 2024 ਵਾਸਤੇ 4,51,000 ਦਾ ਸਾਂਝਾ ਕੀਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਵਿੱਚ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹਰ ਸਾਲ 4,50,000 ਤੋਂ ਵੱਧ ਪੀਆਰ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ। ਮੌਜੂਦਾ ਸਮੇਂ ਬਹੁਤ ਸਾਰੀਆਂ ਨੌਕਰੀਆਂ ਖਾਲੀ ਪਈਆਂ ਨੇ, ਜਿਨ੍ਹਾਂ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਕੈਨੇਡਾ ਵਿੱਚ ਜਿਹੜੇ ਕਾਰੋਬਾਰਾਂ ਦੀ ਸਭ ਤੋਂ ਜ਼ਿਆਦਾ ਮੰਗ ਹੈ, ਉਹਨਾਂ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰ ਸਾਇੰਸ, ਇੰਜੀਨੀਅਰਿੰਗ, ਸੌਫਟਵੇਅਰ ਸਰਵਿਸਿਜ਼, ਸਕਿਲਡ ਟ੍ਰੇਡਸ ਇਸ ਤਰ੍ਹਾਂ ਦੇ ਕਾਰੋਬਾਰ ਸ਼ਾਮਿਲ ਹਨ। ਕੈਨੇਡਾ ਦੀ ਆਰਥਿਕਤਾ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਨੇ। ਬੇਰੋਜ਼ਗਾਰੀ ਦਰ ਬਾਰੇ ਦੱਸਿਆ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ, ਉਹਨਾਂ ਵੱਲੋਂ ਜਿਹੜੇ ਅੰਕੜੇ ਪੇਸ਼ ਕੀਤੇ ਗਏ ਉਸ ਮੁਤਾਬਕ ਪਹਿਲਾਂ ਦੇ ਮੁਕਾਬਲੇ ਬੇਰੋਜ਼ਗਾਰੀ ਦਰ ਹੇਠਾਂ ਆਈ ਹੈ ਤੇ ਖਾਲੀ ਪਈਆਂ ਨੌਕਰੀਆਂ ਦੇ ਬਾਰੇ ਤੇ ਜਿਹੜੀਆਂ ਇੱਕ ਮਹੀਨੇ ਵਿੱਚ ਨੌਕਰੀਆਂ ਚਲੀਆਂ ਗਈਆਂ ਉਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਰੀ ਡਿਟੇਲ ਸਾਂਝੀ ਕੀਤੀ ਗਈ ਹੈ। ਆਰਥਿਕਤਾ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਬੇਰੋਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਕਾਫੀ ਹੇਠਾਂ ਆਈ ਹੈ। ਅਜਿਹਾ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਅਨਇੰਪਲੋਇਮੈਂਟ ਰੇਟ 5% ਤੋਂ ਘੱਟ ਦਰਜ ਕੀਤੀ ਗਈ ਹੋਵੇ। ਦੱਸੀਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ
ਲੇਬਰ ਫੋਰਸ ਸਰਵੇ ਸਾਂਝਾ ਕੀਤਾ ਗਿਆ, ਜਿਸ ਵਿੱਚ ਆਰਥਿਕਤਾ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਹੀਨੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਟੈਟਿਸਟਿਕਸ ਕੈਨੇਡਾ ਨੇ ਅੰਕੜੇ ਪੇਸ਼ ਕੀਤੇ ਨੇ, ਜਿਸ ਵਿੱਚ ਪਤਾ ਚੱਲਿਆ ਹੈ ਕਿ ਜੂਨ ਮਹੀਨੇ ਰੋਜ਼ਗਾਰ ਘੱਟ ਹੋਇਆ ਹੈ, ਜਿਸ ਵਿੱਚ 43,000 ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਪਿੱਛੇ ਕਈ ਵੱਡੇ ਕਾਰਨ ਦੱਸੇ ਜਾ ਰਹੇ ਨੇ। ਇੱਕ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਜਿਹੜੇ 55 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਨੇ ਉਹ ਕੰਮਕਾਜ ਛੱਡ ਰਹੇ ਹਨ। ਇਸੇ ਕਾਰਨ ਵੀ ਇੰਪਲੋਇਮੈਂਟ ਪਹਿਲਾਂ ਦੇ ਮੁਕਾਬਲੇ ਹੇਠਾਂ ਆਈ ਹੈ। ਅਨਇੰਪਲੋਇਮੈਂਟ ਰੇਟ ਦੇ ਬਾਰੇ ਇੱਕ ਨਵਾਂ ਰਿਕਾਰਡ ਬਣਿਆ ਹੈ, ਜਿੱਥੇ ਅਨਇੰਪਲੋਇਮੈਂਟ ਰੇਟ ਜੂਨ ਮਹੀਨੇ ਦੌਰਾਨ 4.9% ਦਰਜ ਕੀਤਾ ਗਿਆ। ਇਸ ਦਾ ਕਾਰਨ ਹੈ ਕਿ ਬਹੁਤ ਘੱਟ ਲੋਕ ਕੰਮ ਵਾਸਤੇ ਇਸ ਸਮੇਂ ਤਲਾਸ਼ ਕਰ ਰਹੇ ਨੇ। ਵੱਖ-ਵੱਖ ਸੈਕਟਰਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਏਜੰਸੀ ਵੱਲੋਂ ਦੱਸਿਆ ਗਿਆ ਕਿ ਸਰਵਿਸਿਜ਼ ਪ੍ਰੋਡਿਊਸਿੰਗ ਸੈਕਟਰ ਵਿੱਚ ਜੂਨ ਮਹੀਨੇ ਦੌਰਾਨ 76,000 ਨੌਕਰੀਆਂ ਘੱਟ ਹੋਈਆਂ ਨੇ। ਗੁੱਡਸ ਪ੍ਰੋਡਿਊਸਿੰਗ ਸੈਕਟਰ ਵਿੱਚ ਇੰਪਲੋਇਮੈਂਟ 33,000 ਨਾਲ ਵੱਧ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਰਚ ਮਹੀਨੇ ਤੋਂ ਬਾਅਦ ਕੰਸਟਰਕਸ਼ਨ ਵਿੱਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋਂ ਵਾਧਾ ਦਰਜ ਕੀਤਾ ਗਿਆ ਹੋਵੇ। ਰੀਟੇਲ ਅਤੇ ਹੋਲਸੇਲ ਟ੍ਰੇਡ ਸੈਕਟਰ ਵਿੱਚ ਨੌਕਰੀਆਂ ਘੱਟ ਹੋਈਆਂ ਨੇ। ਇੱਥੇ ਇੰਪਲੋਇਮੈਂਟ ਘੱਟ ਹੋਣ ਦੇ ਬਾਰੇ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਟਾਈਟ ਲੇਬਰ ਮਾਰਕੀਟ ਕਾਰਨ ਕੈਨੇਡਾ ਵਿੱਚ ਇਸ ਸਮੇਂ ਵੇਜਸ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਵੱਖ-ਵੱਖ ਸੂਬਿਆਂ ਵੱਲੋਂ ਇਸ ਬਾਰੇ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਨੇ। ਹੁਣ ਲੇਬਰ ਦੀ ਘਾਟ ਨੂੰ ਪੂਰਾ ਕਰਨ ਸੰਬੰਧੀ ਵੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਇਸ ਤਰ੍ਹਾਂ ਦੇ ਕਦਮ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਵੀ ਸਾਹਮਣੇ ਆਏ ਨੇ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵੱਲੋਂ 4,31,000 ਤੋਂ ਵੱਧ ਨਵੇਂ ਪੀਆਰ ਦਾ ਸਵਾਗਤ ਕੀਤਾ ਜਾਣਾ ਹੈ। ਤੇ ਹੁਣ ਮੌਜੂਦਾ ਸਮੇਂ ਜਿਹੜੀ ਸਥਿਤੀ ਹੈ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਕੈਨੇਡਾ ਇਸ ਸਮੇਂ ਇਸ ਟੀਚੇ ਨੂੰ ਪੂਰਾ ਕਰਨ ਵਾਸਤੇ ਸਹੀ ਟਰੈਕ ਤੇ ਹੈ। ਵੈਲ ਰੇਲ ਵੱਲੋਂ ਜਿਹੜੀ ਹੜਤਾਲ ਕੀਤੀ ਜਾਣੀ ਸੀ ਉਹ ਟਲ ਗਈ ਹੈ, ਕਿਉਂਕਿ ਉਹਨਾਂ ਦੀ ਹੁਣ ਇੱਕ ਡੀਲ ਹੋ ਚੁੱਕੀ ਹੈ। ਹੜਤਾਲ ਦੇ ਜਾਣ ਤੋਂ ਪਹਿਲਾਂ ਹੀ ਇਹ ਡੀਲ ਹੋ ਗਈ, ਜਿਸ ਤੋਂ ਬਾਅਦ ਹੁਣ ਜਿਹੜੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਣੀਆਂ ਸਨ ਉਸ ਤੋਂ ਬਚਾਅ ਹੋ ਗਿਆ। ਵੀਆ ਰੇਲ ਦੀ ਹੜਤਾਲ ਟਲ ਗਈ ਹੈ। ਯੂਨੀਅਨ ਨਾਲ ਹੁਣ ਇਸ ਸੰਬੰਧੀ ਅਸਥਾਈ ਸਮਝੌਤਾ ਸਿਰੇ ਚੜ੍ਹ ਗਿਆ ਹੈ, ਜਿਸ ਦਾ ਮਤਲਬ ਹੈ ਕਿ ਯਾਤਰੀ ਰੇਲਾਂ ਵਿੱਚ ਕੋਈ ਵੀ ਹੁਣ ਵਿਘਨ ਨਹੀਂ ਪੈਣ ਵਾਲਾ। ਜਾਣਕਾਰੀ ਮੁਤਾਬਕ ਵੀਆ ਰੇਲ ਅਤੇ ਯੂਨੀਅਨ ਦਰਮਿਆਨ ਜੋ ਸਮਝੌਤਾ ਸੀ ਉਹ ਸਿਰੇ ਚੜ੍ਹ ਗਿਆ। ਇਸ ਤੋਂ ਬਾਅਦ ਡੈਡਲਾਈਨ ਖਤਮ ਹੋਣ ਤੋਂ ਐਨ ਪਹਿਲਾਂ ਹੜਤਾਲ ਟਲ ਗਈ। ਹੜਤਾਲ ਹੋਣ ਤੇ ਕੈਨੇਡਾ ਵਿੱਚ ਯਾਤਰੀ ਰੇਲਾਂ ਦੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਸਨ। ਯੂਨੀਫੋਰ ਯੂਨੀਅਨ ਕਰੀਬ 2,400 ਵੀਆ ਰੇਲਾਂ ਦੇ ਵਰਕਰਾਂ ਦੀ ਅਪਾਇੰਟਮੈਂਟ ਕਰਦੀ ਹੈ। ਯੂਨੀਅਨ ਨੇ ਪੁਸ਼ਟੀ ਕੀਤੀ ਕਿ ਹੜਤਾਲ ਤੋਂ ਕੁਝ ਘੰਟਿਆਂ ਪਹਿਲਾਂ ਹੀ ਆਰਜ਼ੀ ਸਮਝੌਤਾ ਹੋ ਗਿਆ। ਦੱਸ ਦਈਏ ਕਿ ਵੀਆ ਰੇਲ ਅਤੇ ਯੂਨੀਅਨ ਦੋਵਾਂ ਨੇ ਕਿਹਾ ਕਿ ਰੇਲ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ, ਪਰ ਫਿਲਹਾਲ ਸਮਝੌਤੇ ਦੇ ਦਸਤਖਤ ਨਹੀਂ ਹੋਏ। ਇਸ ਤੋਂ ਇਲਾਵਾ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਵਿੱਚ ਦੱਸਿਆ ਗਿਆ ਕਿ ਯੂਨੀਫੋਰ ਦੇ ਮੁੱਖ ਨੈਗੋਸ਼ੀਏਟਰ ਵੱਲੋਂ ਸਮਝੌਤੇ ਦੇ ਵੇਰਵੇ ਸਾਂਝੇ ਕੀਤੇ ਗਏ ਨੇ। ਸ਼ੁੱਕਰਵਾਰ ਨੂੰ ਯੂਨੀਫੋਰ ਨੇ ਵੀਆ ਰੇਲ ਨੂੰ 72 ਘੰਟੇ ਦਾ ਹੜਤਾਲ ਨੋਟਿਸ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇ ਸੋਮਵਾਰ ਸਵੇਰੇ 12:01 ਤੱਕ ਨਵਾਂ ਕੰਟਰੈਕਟ ਨਹੀਂ ਬਣਦਾ ਤਾਂ ਵਰਕਰ ਹੜਤਾਲ ਤੇ ਚਲੇ ਜਾਣਗੇ। ਯੂਨੀਅਨ ਨੇ ਇਹ ਡੈਡਲਾਈਨ ਵਧਾ ਦਿੱਤੀ ਸੀ ਅਤੇ ਸੋਮਵਾਰ ਦੇਰ ਤੱਕ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਜਾਰੀ ਰਹੀ। ਅੰਤਿਮ ਡੈਡਲਾਈਨ ਰਾਤੀ 11:59 ਦੀ ਤੈਅ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕਾਫੀ ਮੁਸ਼ਕਿਲ ਰਹੀ, ਪਰ ਆਖਿਰ ਦੋਵੇਂ ਧਿਰਾਂ ਇੱਕ ਹੱਲ ਦੇ ਉੱਪਰ ਪਹੁੰਚ ਗਈਆਂ। ਇਸ ਬਾਰੇ ਵੀਆ ਰੇਲ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜੇ ਹੜਤਾਲ ਦੀ ਸੰਭਾਵਨਾ ਕਰਕੇ ਯਾਤਰੀਆਂ ਦੀ ਯਾਤਰਾ ਯੋਜਨਾ ਵਿੱਚ ਰੁਕਾਵਟ ਪੈਂਦੀ ਤਾਂ ਉਹ ਇਸ ਵਾਸਤੇ ਮੁਆਫੀ ਮੰਗਦੇ ਨੇ। ਯਾਤਰੀਆਂ ਉੱਪਰ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ। 에ਅਰਪੋਰਟ ਵੱਲੋਂ ਹੁਣ ਸਖਤ ਕਦਮ ਚੁੱਕਿਆ ਗਿਆ। ਦਰਅਸਲ ਇਹ ਜਾਣਕਾਰੀ ਲੰਡਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਹੀਥਰੋ 에ਅਰਪੋਰਟ ਦੇ ਉੱਪਰ ਯਾਤਰੀਆਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਰੋਜ਼ਾਨਾ 1 ਲੱਖ ਯਾਤਰੀ ਹੀ ਇੱਥੋਂ ਸਫ਼ਰ ਕਰ ਸਕਣਗੇ। ਜੋ ਲਿਮਿਟ ਲਗਾਈ ਗਈ ਹੈ ਉਸ ਦਾ ਕਾਰਨ ਵੀ ਹੁਣ ਸਾਂਝਾ ਕੀਤਾ ਗਿਆ ਹੈ। ਯਾਤਰੀਆਂ ਨੂੰ ਜਿਹੜੀ 에ਅਰਪੋਰਟ ਦੇ ਉੱਪਰ ਉਡਾਨਾਂ ਸੰਬੰਧੀ ਪਰੇਸ਼ਾਨੀ ਆ ਰਹੀ ਸੀ, ਸਟਾਫ ਦੀ ਜਿਹੜੀ ਕਮੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ। 에ਅਰਪੋਰਟ ਤੇ ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲੰਡਨ ਦੇ ਹੀਥਰੋ 에ਅਰਪੋਰਟ ਵੱਲੋਂ ਯਾਤਰੀਆਂ ਦੀ ਰੋਜ਼ਾਨਾ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਇੱਥੇ ਹਰ ਰੋਜ਼ 1 ਲੱਖ ਯਾਤਰੀਆਂ ਦੀ ਲਿਮਿਟ ਲਾਗੂ ਕਰ ਦਿੱਤੀ ਗਈ ਹੈ। ਦਰਅਸਲ ਵੱਧ ਰਹੀ ਟਰੈਵਲ ਦੀ ਮੰਗ ਅਤੇ ਸਟਾਫ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਹਵਾਈ ਅੱਡਿਆਂ ਤੇ ਇਸ ਸਮੇਂ ਯਾਤਰੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਮੱਸਿਆ ਦੇ ਹੱਲ ਦੇ ਤੌਰ ਤੇ ਲੰਡਨ ਦੇ ਹੀਥਰੋ 에ਅਰਪੋਰਟ ਵੱਲੋਂ ਇੱਕ ਫੈਸਲਾ ਕੀਤਾ ਗਿਆ। ਉਹਨਾਂ ਵੱਲੋਂ ਯਾਤਰੀਆਂ ਦੀ ਗਿਣਤੀ ਸੀਮਿਤ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਬ੍ਰਿਟੇਨ ਦੇ ਸਭ ਤੋਂ ਵੱਧ ਵਿਅਸਤ ਹੀਥਰੋ 에ਅਰਪੋਰਟ ਨੇ ਯਾਤਰੀਆਂ ਦੀ ਰੋਜ਼ਾਨਾ ਗਿਣਤੀ 1 ਲੱਖ ਤੈਅ ਕਰ ਦਿੱਤੀ ਹੈ ਤੇ ਇਹ ਲਿਮਿਟ 11 ਸਤੰਬਰ ਤੱਕ ਲਾਗੂ ਰਹਿਣ ਵਾਲੀ ਹੈ, ਜਿਸ ਦਾ ਮਤਲਬ ਹੈ ਕਿ ਹੁਣ ਲੰਡਨ ਹੀਥਰੋ 에ਅਰਪੋਰਟ ਰਾਹੀਂ ਹਰ ਰੋਜ਼ ਵੱਧ ਤੋਂ ਵੱਧ 1 ਲੱਖ ਯਾਤਰੀ ਹੀ ਆ ਜਾ ਸਕਣਗੇ। 에ਅਰਪੋਰਟ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਹੈ ਉਸ ਕਾਰਨ ਹੁਣ ਉਡਾਨਾਂ ਰੱਦ ਹੋਣਗੀਆਂ। ਯਾਤਰੀਆਂ ਦੀ ਭੀੜ ਅਤੇ ਉਹਨਾਂ ਦਾ ਸਮੇਂ ਸਿਰ ਪ੍ਰਬੰਧਨ ਨਾ ਹੋਣ ਕਰਕੇ ਪਹਿਲਾਂ ਹੀ ਹਜ਼ਾਰਾਂ ਉਡਾਨਾਂ ਰੱਦ ਹੋਈਆਂ ਨੇ। ਯੂਕੇ ਦੇ ਹਵਾਬਾਜ਼ੀ ਵਿਭਾਗ ਵੱਲੋਂ 에ਅਰਲਾਈਨਸ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ, ਜਿਸ ਵਿੱਚ ਉਹਨਾਂ ਕਿਹਾ ਕਿ ਉਹ ਸੁਨਿਸ਼ਚਿਤ ਕਰਨ ਕਿ ਆਪਣੀਆਂ ਸੇਵਾਵਾਂ ਨਿਰਵਿਘਨ ਜਾਰੀ ਰੱਖੀਆਂ ਜਾ ਸਕਦੀਆਂ ਨੇ। 에ਅਰਲਾਈਨ ਨੂੰ ਟੇਕ ਆਫ ਨਾ ਕਰਨ ਸਮੇਂ ਜੁਰਮਾਨਾ ਨਹੀਂ ਕੀਤਾ ਜਾਵੇਗਾ। 에ਅਰਪੋਰਟ ਵੱਲੋਂ ਇੱਕ ਦਿਨ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਉਹ 에ਅਰਲਾਈਨਸ ਨੂੰ ਆਪਣੀਆਂ ਉਡਾਨਾਂ ਵਿੱਚ ਕਟੌਤੀ ਕਰਨ ਵਾਸਤੇ ਕਹਿ ਸਕਦੇ ਨੇ, ਕਿਉਂਕਿ ਉਹਨਾਂ ਨੂੰ ਅਜੇ ਸਟਾਫ ਦੀ ਕਮੀ ਹੈ, ਜਿਸ ਦਾ ਹੱਲ ਉਹਨਾਂ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਭ ਤੋਂ ਬਾਅਦ ਹੀਥਰੋ ਦੇ CEO ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਕੁਝ 에ਅਰਲਾਈਨਸ ਨੇ ਕਾਰਵਾਈ ਕੀਤੀ ਹੈ ਪਰ ਕੁਝ ਨੇ ਨਹੀਂ ਕੀਤੀ। ਇਸ ਵਾਸਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਫ਼ਰ ਲਈ ਵਧੇਰੇ ਕਾਰਵਾਈ ਦੀ ਜ਼ਰੂਰਤ ਸੀ। ਇਸ ਗਰਮੀਆਂ ਦੇ ਸੀਜ਼ਨ 에ਅਰਲਾਈਨ ਹਰ ਰੋਜ਼ 1,04,000 ਯਾਤਰੀਆਂ ਵਾਸਤੇ ਆਪਰੇਟ ਕਰ ਰਹੀਆਂ ਸਨ, ਜੋ ਕਿ ਰੋਜ਼ਾਨਾ ਸਮਰੱਥਾ ਨਾਲੋਂ 4,000 ਸੀਟਾਂ ਵੱਧ ਸੀ। ਇਹਨਾਂ ਵਿੱਚੋਂ ਤਕਰੀਬਨ 1,500 ਸੀਟਾਂ ਯਾਤਰੀਆਂ ਨੂੰ ਵੇਚੀਆਂ ਗਈਆਂ ਹਨ। ਹਥਿਆਰ ਦੇ ਉੱਪਰ ਰੋਕ ਦੀ ਮੰਗ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਜੋ ਬਾਈਡਨ ਵੀ ਲਗਾਤਾਰ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਰਾਸ਼ਟਰਪਤੀ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੱਲੋਂ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਖਾਸ ਵੀਡੀਓ ਸਾਂਝੀ ਕੀਤੀ ਗਈ। ਗਨ ਵਾਇਲੈਂਸ ਅਮਰੀਕਾ ਵਿੱਚ ਇੱਕ ਵੱਡਾ ਮੁੱਦਾ ਹੈ, ਜਿਸ ਸੰਬੰਧੀ ਰਾਸ਼ਟਰਪਤੀ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਲਗਾਤਾਰ ਆਪਣੀ ਆਵਾਜ਼ ਚੁੱਕਦੇ ਹੋਏ ਦਿਖਾਈ ਦੇ ਰਹੇ ਨੇ। ਦੋਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗਨ ਵਾਇਲੈਂਸ ਖਤਮ ਹੋਣੀ ਚਾਹੀਦੀ ਹੈ। ਇਸ ਸੰਬੰਧੀ ਹੁਣ ਤੱਕ ਉਹਨਾਂ ਵੱਲੋਂ ਕਈ ਕਦਮ ਵੀ ਚੁੱਕੇ ਗਏ ਹਨ। ਕਮਲਾ ਹੈਰਿਸ ਅਤੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀਡੀਓ ਜਾਰੀ ਕੀਤੀਆਂ ਗਈਆਂ ਨੇ, ਜਿੱਥੇ ਉਹਨਾਂ ਵੱਲੋਂ ਇਸ ਮੁੱਦੇ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। My fellow Americans, none of what I'm talking about infringes on anyone's Second Amendment rights. I've said it many times. I support the Second Amendment. When guns are the #1 killer of children in the United States of America, let me say it again. Guns are the #1 killer of children in the United States. More than car accidents, more than cancer. And over the last 2 decades, more high school children have died from gunshots than on-duty police officers and active duty military combined. Think of that. Then we can't just stand by. We can't let it happen any longer. Our president, Joe Biden, has fought for decades to end the terror of gun violence. He has taken on the gun lobby and won. As a senator, Joe helped pass, then I would have called him Joe, now I call him Mr. President, the Brady Handgun Violence Prevention Act, which, as we know, is a background check system that has prevented more than 3 million firearms from falling into dangerous hands. And he passed a 10-year ban on assault weapons and high-capacity magazines. As Vice President, Joe Biden led the Obama-Biden administration's efforts to reduce gun violence. President Joe Biden knows the tremendous pain of gun violence. He has seen it up close. He has held hands with parents who lost children and with children who lost parents. President Biden knows the urgency of this fight, and he will continue to do all in his power to protect the people of our nation. ਹਾਦਸੇ ਵਿੱਚ ਇੱਕ ਸਾਈਕਲਿਸਟ ਜ਼ਖਮੀ ਹੋ ਗਿਆ, ਜਿਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਈਕਲਿਸਟ ਇੱਕ ਵਾਹਨ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਉਹ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਸਾਈਕਲਿਸਟ ਦੀ ਉਮਰ 50 ਸਾਲ ਤੋਂ ਵੱਧ ਦੱਸੀ ਗਈ, ਪਰ ਪਹਿਚਾਣ ਜਦ ਤੱਕ ਨਹੀਂ ਕੀਤੀ। ਸਰੀ ਤੋਂ ਇੱਕ ਹਾਦਸੇ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਸਾਈਕਲ ਇੱਕ ਗੱਡੀ ਨਾਲ ਟਕਰਾ ਗਿਆ। ਇਹ ਹਾਦਸਾ ਵਾਪਰਨ ਤੋਂ ਬਾਅਦ ਸਾਈਕਲਿਸਟ ਜ਼ਖਮੀ ਦੱਸਿਆ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹੁਣ ਤੱਕ ਇਸ ਘਟਨਾ ਦੇ ਸੰਬੰਧ ਵਿੱਚ ਜੋ ਅਪਡੇਟ ਸਾਹਮਣੇ ਆਈ ਹੈ ਉਸ ਵਿੱਚ ਦੱਸਿਆ ਗਿਆ ਕਿ ਜ਼ਖਮੀ ਹਾਲਤ ਵਿੱਚ ਸਾਈਕਲਿਸਟ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਕਿਉਂਕਿ ਉਸ ਦੀ ਟੱਕਰ ਵਾਹਨ ਨਾਲ ਹੋ ਗਈ ਸੀ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਇਸ ਸਾਈਕਲਿਸਟ ਦੀ ਉਮਰ 50 ਸਾਲ ਦੇ ਕਰੀਬ ਹੈ, ਪਰ ਇਸ ਪੀੜਤ ਦੀ ਪਹਿਚਾਣ ਅਜੇ ਤੱਕ ਉਨ੍ਹਾਂ ਵੱਲੋਂ ਜਨਤਕ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 7 ਵਜੇ ਦੇ ਕਰੀਬ ਕਿੰਗ ਜਾਰਜ ਬੁਲਵਰਡ ਦੇ ਨੇੜਿਓਂ ਸਾਹਮਣੇ ਆਇਆ, ਜਿੱਥੇ ਸਾਈਕਲ ਇੱਕ ਵਾਹਨ ਨਾਲ ਟਕਰਾ ਗਿਆ। ਹਾਦਸਾ ਵਾਪਰਨ ਸਮੇਂ ਸਾਈਕਲਿਸਟ ਕਾਫੀ ਜ਼ਿਆਦਾ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹੁਣ ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ। ਆਰਸੀਐਮਪੀ ਦਾ ਕਹਿਣਾ ਹੈ ਕਿ ਜੋ ਵਾਹਨ ਦਾ ਡਰਾਈਵਰ ਸੀ ਉਹ ਘਟਨਾ ਵਾਲੀ ਥਾਂ ਤੇ ਹੀ ਮੌਜੂਦ ਰਿਹਾ ਤੇ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਵੀ ਦਿੱਤਾ ਗਿਆ। ਹੁਣ ਮਾਊਂਟੀਜ਼ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਕੋਈ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਇਹ ਜਾਣਕਾਰੀ ਉਹਨਾਂ ਨਾਲ 6045990502 ਤੇ ਸੰਪਰਕ ਕਰਕੇ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਉਹਨਾਂ ਵੱਲੋਂ ਦਿੱਤੀ ਜਾਵੇਗੀ। ਇੱਕ ਬੱਚਾ ਬੈਕਯਾਰਡ ਵਿੱਚ ਆਪਣੀ ਦੋਸਤ ਨਾਲ ਖੇਡ ਰਿਹਾ ਸੀ। ਉਸੇ ਦੌਰਾਨ ਉਸ ਉੱਪਰ ਕੋਈ ਭਾਰੀ ਚੀਜ਼ ਆ ਕੇ ਡਿੱਗਦੀ ਹੈ ਤੇ ਬੱਚੇ ਦੀ ਇਸ ਦੌਰਾਨ ਮੌਤ ਹੋ ਗਈ। ਦੱਸਿਆ ਗਿਆ ਕਿ ਜ਼ਖਮੀ ਹਾਲਤ ਦੇ ਵਿੱਚ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਪਰ ਉਸ ਦੀ ਜਾਨ ਨਹੀਂ ਬਚ ਸਕੀ ਤੇ ਉਸਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇੱਕ 7 ਸਾਲ ਦੇ ਬੱਚੇ ਤੇ ਕੋਈ ਭਾਰੀ ਚੀਜ਼ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਮਾਮਲਾ ਕਿਊਬਿਕ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਜੀ ਹਾਂ, ਕਿਊਬਿਕ ਵਿੱਚ ਮੌਂਟਰੀਅਲ ਤੋਂ 90 ਕਿਲੋਮੀਟਰ ਦੀ ਦੂਰੀ ਤੇ ਇੱਕ 7 ਸਾਲ ਦੇ ਬੱਚੇ ਨਾਲ ਹਾਦਸਾ ਵਾਪਰਿਆ। ਜਿਸ ਵੇਲੇ ਇਹ ਬੱਚਾ ਆਪਣੇ ਘਰ ਦੀ ਬੈਕਯਾਰਡ ਵਿੱਚ ਖੇਡ ਰਿਹਾ ਸੀ ਤਾਂ ਮੈਟਲ ਦੀ ਇੱਕ ਚੀਜ਼ ਉਸ ਦੇ ਉੱਪਰ ਆ ਕੇ ਡਿੱਗ ਗਈ, ਜਿਸ ਕਾਰਨ ਇਸ 7 ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਸੰਬੰਧ ਵਿੱਚ 2:30 ਦੇ ਕਰੀਬ ਦੁਪਹਿਰੇ ਜਾਣਕਾਰੀ ਮਿਲੀ, ਜਿੱਥੇ ਦੱਸਿਆ ਗਿਆ ਕਿ ਇੱਕ ਬੱਚੇ ਉੱਪਰ ਭਾਰੀ ਚੀਜ਼ ਡਿੱਗ ਗਈ ਹੈ, ਜਿਸ ਕਾਰਨ ਉਹ ਅਨਕੌਂਸ਼ੀਅਸ ਦੱਸਿਆ ਗਿਆ। ਜਦੋਂ ਬੱਚੇ ਨਾਲ ਇਹ ਹਾਦਸਾ ਵਾਪਰਿਆ ਤਾਂ ਉਹ ਆਪਣੇ ਦੋਸਤ ਨਾਲ ਬੈਕਯਾਰਡ ਵਿੱਚ ਖੇਡ ਰਿਹਾ ਸੀ। ਜਿਸ ਵੇਲੇ ਦੋਸਤ ਨੇ ਦੇਖਿਆ ਕਿ ਇਹ ਬੱਚਾ ਅਨਕੌਂਸ਼ੀਅਸ ਸੀ ਤਾਂ ਉਸਨੇ ਤੁਰੰਤ ਮਦਦ ਮੰਗੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹਾਲਤ ਵਿੱਚ ਇਸ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿਸ ਵੇਲੇ ਇਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ, ਉਸ ਦੌਰਾਨ ਬੱਚੇ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਇਸ ਨੂੰ ਜਸਟਿਨ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਇੱਥੇ ਉਸ ਦੀ ਜਾਨ ਨਹੀਂ ਬਚ ਸਕੀ ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇੱਥੇ ਇਹ ਮੈਟਲ ਆਬਜੈਕਟ ਉਸ ਉੱਪਰ ਕਿਵੇਂ ਡਿੱਗਿਆ। ਪੁਲਿਸ ਵੱਲੋਂ ਇਸ ਬੱਚੇ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ, ਸਿਰਫ ਤੇ ਸਿਰਫ ਉਸ ਦੀ ਉਮਰ ਬਾਰੇ ਹੀ ਦੱਸਿਆ ਗਿਆ ਹੈ। ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਮੈਕਸੀਕੋ ਬਾਰਡਰ ਸੰਬੰਧੀ ਚਰਚਾ ਕੀਤੀ ਗਈ ਹੈ। ਦਰਅਸਲ ਉਹਨਾਂ ਵੱਲੋਂ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਬਾਰਡਰ ਰਾਹੀਂ ਜੋ ਮਨੁੱਖੀ ਤਸਕਰੀ ਤੇ ਸਮਗਲਿੰਗ ਹੋ ਰਹੀ ਹੈ ਉਸ ਦੇ ਉੱਪਰ ਰੋਕ ਲਗਾਈ ਜਾਵੇ। ਦੱਸ ਦਈਏ ਕਿ ਮੁਲਾਕਾਤ ਦੋਹਾਂ ਲੀਡਰਸ ਵੱਲੋਂ ਵਾਈਟ ਹਾਊਸ ਵਿੱਚ ਕੀਤੀ ਗਈ। ਗਨ ਵਾਇਲੈਂਸ ਅਮਰੀਕਾ ਵਿੱਚ ਇੱਕ ਵੱਡਾ ਮੁੱਦਾ ਹੈ, ਜਿਸ ਸੰਬੰਧੀ ਰਾਸ਼ਟਰਪਤੀ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਲਗਾਤਾਰ ਆਪਣੀ ਆਵਾਜ਼ ਚੁੱਕਦੇ ਹੋਏ ਦਿਖਾਈ ਦੇ ਰਹੇ ਨੇ। ਦੋਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗਨ ਵਾਇਲੈਂਸ ਖਤਮ ਹੋਣੀ ਚਾਹੀਦੀ ਹੈ। ਇਸ ਸੰਬੰਧੀ ਹੁਣ ਤੱਕ ਉਹਨਾਂ ਵੱਲੋਂ ਕਈ ਕਦਮ ਵੀ ਚੁੱਕੇ ਗਏ ਹਨ। ਕਮਲਾ ਹੈਰਿਸ ਅਤੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀਡੀਓ ਜਾਰੀ ਕੀਤੀਆਂ ਗਈਆਂ ਨੇ, ਜਿੱਥੇ ਉਹਨਾਂ ਵੱਲੋਂ ਇਸ ਮੁੱਦੇ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। My fellow Americans, none of what I'm talking about infringes on anyone's Second Amendment rights. I've said it many times. I support the Second Amendment. When guns are the number one killer of children in the United States of America. Let me say it again. Guns are the number one killer of children in the United States. More than car accidents, more than cancer. And over the last 2 decades, more high school children have died from gunshots than on-duty police officers and active duty military combined. Think of that. Then we can't just stand by. We can't let it happen any longer. Our president, Joe Biden, has fought for decades to end the terror of gun violence. He has taken on the gun lobby and won. As a senator, Joe helped pass, then I would have called him Joe, now I call him Mr. President, the Brady Handgun Violence Prevention Act, which
as we know, is a background check system that has prevented more than 3 million firearms from falling into dangerous hands. And he passed a 10-year ban on assault weapons and high-capacity magazines. As Vice President, Joe Biden led the Obama-Biden administration's efforts to reduce gun violence. President Joe Biden knows the tremendous pain of gun violence. He has seen it up close. He has held hands with parents who lost children and with children who lost parents. President Biden knows the urgency of this fight, and he will continue to do all in his power to protect the people of our nation. ਟਵਿੱਟਰ ਹੁਣ ਸਭ ਤੋਂ ਵੱਡੇ ਅਮੀਰ ਵਿਅਕਤੀ ਦੇ ਉੱਪਰ ਮੁਕੱਦਮਾ ਠੋਕਣ ਜਾ ਰਿਹਾ ਹੈ। ਜੀ ਹਾਂ, ਟਵਿੱਟਰ ਵੱਲੋਂ ਇਸ ਸੰਬੰਧੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਐਲਨ ਮਸਕ ਵੱਲੋਂ ਟਵਿੱਟਰ ਨਾਲ $44 ਬਿਲੀਅਨ ਦੀ ਇੱਕ ਡੀਲ ਕੀਤੀ ਗਈ ਸੀ। ਇਹ ਡੀਲ ਅਜੇ ਤੱਕ ਪੂਰੀ ਨਹੀਂ ਹੋਈ। ਹੁਣ ਸੋਰਸਿਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਟਵਿੱਟਰ ਵੱਲੋਂ ਐਲਨ ਮਸਕ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਟਵਿੱਟਰ ਹੁਣ ਐਲਨ ਮਸਕ ਤੇ ਮੁਕੱਦਮਾ ਠੋਕਣ ਜਾ ਰਿਹਾ ਹੈ। ਜੀ ਹਾਂ, ਐਲਨ ਮਸਕ ਵੱਲੋਂ ਜੋ ਆਪਣੀ ਡੀਲ ਪੂਰੀ ਨਹੀਂ ਕੀਤੀ ਗਈ, ਉਸ ਤੋਂ ਬਾਅਦ ਟਵਿੱਟਰ ਵੱਲੋਂ ਲੀਗਲ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਲਨ ਮਸਕ ਉੱਪਰ ਮੁਕੱਦਮਾ ਕਰਨ ਵਾਸਤੇ ਟਵਿੱਟਰ ਵੱਲੋਂ US ਲਾਅ ਫਰਮ ਹਾਇਰ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟਵਿੱਟਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਐਲਨ ਮਸਕ ਖਿਲਾਫ ਕਾਨੂੰਨੀ ਕਾਰਵਾਈ ਕਰਨ, ਕਿਉਂਕਿ ਅਜੇ ਤੱਕ ਉਹਨਾਂ ਵੱਲੋਂ $44 ਬਿਲੀਅਨ ਵਾਲੀ ਡੀਲ ਪੂਰੀ ਨਹੀਂ ਕੀਤੀ। ਜਾਣਕਾਰੀ ਲਈ ਦੱਸ ਦਈਏ ਕਿ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ ਟਵਿੱਟਰ ਨਾਲ ਡੀਲ ਕੀਤੀ ਗਈ। ਟਵਿੱਟਰ ਖਰੀਦਣ ਸੰਬੰਧੀ ਉਹਨਾਂ ਵੱਲੋਂ $44 ਬਿਲੀਅਨ ਦੀ ਡੀਲ ਕੀਤੀ ਗਈ ਤੇ ਬਾਅਦ ਵਿੱਚ ਉਹਨਾਂ ਵੱਲੋਂ ਇਹ ਗੱਲ ਤਾਂ ਕਹਿ ਦਿੱਤੀ ਗਈ ਕਿ ਉਹ ਇਸ ਡੀਲ ਨੂੰ ਰੱਦ ਕਰ ਦੇਣਗੇ, ਕਿਉਂਕਿ ਅਜੇ ਤੱਕ ਐਲਨ ਮਸਕ ਵੱਲੋਂ ਆਪਣੀ ਡੀਲ ਪੂਰੀ ਨਹੀਂ ਕੀਤੀ ਗਈ। ਇਸ ਸਭ ਨੂੰ ਦੇਖਦਿਆਂ ਹੀ ਟਵਿੱਟਰ ਵੱਲੋਂ ਹੁਣ ਲਾਅ ਸੂਟ ਫਾਈਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬਾਰੇ ਕੋਈ ਵੀ ਟਵਿੱਟਰ ਵੱਲੋਂ ਐਲਾਨ ਨਹੀਂ ਕੀਤਾ ਗਿਆ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ। ਹੋ ਸਕਦਾ ਹੈ ਕਿ ਕੁਝ ਸਮੇਂ ਦੌਰਾਨ ਇਸ ਬਾਰੇ ਕੋਈ ਵੱਡਾ ਐਲਾਨ ਕੀਤਾ ਜਾਵੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ। ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਿਟ ਲਈ ਪਰੇਸ਼ਾਨ, ਹੁਣ ਇਸ ਵਿੱਚ ਹੋ ਰਹੀ ਪਰੇਸ਼ਾਨੀ ਦਾ ਨਿਕਲਿਆ ਹੱਲ। ਵਿਸ਼ਵ ਵਿੱਚ ਫਿਰ ਕੋਰੋਨਾ ਨੇ ਕੀਤਾ ਪਰੇਸ਼ਾਨ, ਵੱਧ ਹੋ ਰਹੇ ਰੋਜ਼ਾਨਾ ਮਾਮਲੇ। ਬੇਰੁਜ਼ਗਾਰੀ ਦਰ ਵਿੱਚ ਵੱਡੀ ਗਿਰਾਵਟ, ਆਰਥਿਕਤਾ ਦੇ ਬਾਰੇ ਆਈ ਤਾਜ਼ਾ ਜਾਣਕਾਰੀ। ਨਰਸਾਂ ਦੀ ਆਈ ਭਾਰੀ ਕਮੀ, ਨਰਸਾਂ ਦੀਆਂ ਸੀਟਾਂ ਦੇ ਵਿੱਚ ਹੋਇਆ ਪਹਿਲਾਂ ਦੇ ਮੁਕਾਬਲੇ ਵਾਧਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।